ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 16ਵਾਂ। ਮਹਲਾ ਪਹਿਲਾ। ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੇ ਕਰਤਾਰ। ਜਿੰਨੀ ਵੀ ਬਾਣੀ ਉਚਾਰੀ ਗਈ ਹੈ ਉਹਦੀ ਬੈਕਗਰਾਉਂਡ ਕਿਸੇ ਨੂੰ ਸਮਝਾਉਣ ਖਾਤਰ ਹੈ, ਭਲੇ ਖਾਤਰ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਜੀਵਾਤਮਾ ਆਪਦੇ ਮੂਲ ਨਾਲ ਟੁੱਟ ਕੇ ਹਰ ਨਾਲੋਂ ਹੁਣ ਜੰਮਣ ਮਰਨ 'ਚ ਪਈ ਹੈ ਤਾਂ ਜੰਮਣ ਮਰਨ ਕਿਵੇਂ ਛੁੱਟੇ? ਇਹ ਜੀਓ ਬਹੁਤੇ ਜਨਮ ਭਰਮਿਆ। ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਦੀ ਬਾਣੀ ਹੈ ਭਾਈ, ਇਹਨੂੰ ਸਤ ਕਰਕੇ ਮੰਨਾਂਗੇ ਫਿਰ ਸਮਝ ਆਉਣੀ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁੱਖੋਂ ਆਪ ਖੜਾਵੇ। ਸਾਡੇ ਮਾਇਆ ਦੇ ਰਿਸ਼ਤੇ ਪੈ ਗਏ। ਜਿੱਥੇ ਜੀਵ ਜਨਮ ਲੈਂਦਾ ਉਹਨੂੰ ਹੀ ਆਪਦਾ ਘਰ ਮੰਨਣ ਲੱਗ ਜਾਂਦਾ, ਉਹਨੂੰ ਆਪਦਾ ਧਰਮ ਮੰਨਣ ਲੱਗ ਜਾਂਦਾ। ਧਰਮ ਕੀ ਉਹਦੇ ਬਾਰੇ ਨਹੀਂ ਗਿਆਨ ਹੈਗਾ। ਧਰਮ ਤਾਂ ਸਾਨੂੰ ਬਾਣੀ ਸਮਝਾਓ ਧਰਮ ਕੀ ਹੈ। ਜਿਹੜੇ ਅਸੀਂ ਧਰਮ ਮੰਨੀ ਬੈਠੇ ਹਾਂ, ਇਹ ਮਜ਼ਹਬ ਨੇ, ਫਿਰਕੇ ਕਹਿ ਲਈਏ, ਇਹਨਾਂ 'ਚ ਵਿਰੋਧ ਪੈਦਾ ਹੁੰਦਾ। ਧਰਮ ਤਾਂ ਸੁੱਖ ਦੇਣ ਵਾਲੀ ਚੀਜ਼ ਆ ਭਾਈ। ਧਰਮ ਤਾਂ ਸਾਰਿਆਂ ਦਾ ਹੀ ਇੱਕ ਹੈ। ਸਰਬ ਧਰਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨਾ। ਨਿਰਮਲ ਤੋਂ ਭਾਵ ਜਦੋਂ ਮਹਿਲ ਚਲੀ ਜਾਂਦੀ ਸਾਡੇ ਅੰਦਰ ਇੱਛਾ, ਧਰਮ ਦੇ ਵਿੱਚ ਜਾ ਕੇ ਸਮਝ ਲੈਂਦੇ ਹਾਂ ਅਸੀਂ ਜਿਹਨੂੰ ਧਰਮ ਮੰਨੀ ਬੈਠੇ ਹਾਂ ਉਹ ਸਰੀਰ ਕਰਕੇ ਨੇ ਸਾਰੇ। ਉਹ 'ਚੋਂ ਸਵਾਰਥ ਤੋਂ ਬਿਨਾਂ ਦੂਜੀ ਕੋਈ ਚੀਜ਼ ਹੀ ਨਹੀਂ ਹੁੰਦੀ ਸਾਡੇ ਅੰਦਰ। ਗੁਰੂ ਘਰ ਜਾਂਦੇ ਹਾਂ ਤਾਂ ਵੀ ਸਵਾਰਥ ਹੁੰਦਾ ਹੈ, ਮੰਦਿਰ ਜਾਂਦੇ ਹਾਂ ਤਾਂ ਵੀ, ਮਸਜਿਦ ਜਾਂਦੇ ਹਾਂ ਤਾਂ ਵੀ, ਚਰਚ ਜਾਂਦੇ ਹਾਂ ਤਾਂ ਵੀ। ਜੋਗੀ ਨੇ ਘਰ ਬਾਰ ਛੱਡ ਕੇ ਜਾਂਦੇ ਨੇ, ਪਿੱਛੇ ਸਮਝਾਇਆ ਸਤਿਗੁਰਾਂ ਨੇ ਆਪਾਂ ਨੂੰ। ਉਹ ਵੀ ਪ੍ਰਾਪਤੀ ਖਾਤਰ ਜਾਂਦੇ ਨੇ, ਪਰ ਗਿਆਨ ਵੀ ਹੋਣਾ ਗਾਵੇ ਗੀਤ। ਗਿਆਨ ਤੋਂ ਬਿਨਾਂ ਭਟਕੇ ਹੋਏ ਹਾਂ ਅਸੀਂ। ਇਹ ਸਾਰੀਆਂ ਬਿਮਾਰੀਆਂ ਦਾ ਕੀ ਇਲਾਜ ਹੈ? ਸਤਿਗੁਰ ਸਮਝਾਉਂਦੇ ਆ, ਆਪਾਂ ਰੋਜ਼ ਪੜ੍ਹਦੇ ਵੀ ਹਾਂ, ਪਰ ਆਪਾਂ ਉਹਨੂੰ ਅਮਲ 'ਚ ਨਹੀਂ ਲਿਆਉਂਦੇ ਹੈਗੇ। ਵੀ ਸਤਿਗੁਰਾਂ ਨੇ ਕੀ ਕਹਿਤਾ ਸਾਨੂੰ? ਸਰਬ ਰੋਗ ਔਖਦ ਨਾਮ, ਨਾਮ ਦੀ ਪ੍ਰਾਪਤੀ ਪਾਈ। ਸਾਰੀ ਬਿਮਾਰੀਆਂ ਦਾ ਇਲਾਜ, ਸਰੀਰ ਤੋਂ ਛੁਟਕਾਰਾ, ਇਹ ਜਦ ਹੋਣਾ ਭਾਈ ਜਦੋਂ ਗੁਰੂ ਸ਼ਬਦ ਦੀ ਕਮਾਈ ਕਰਾਂਗੇ, ਬਾਣੀ ਨੂੰ ਸੁਣਾਂਗੇ। ਗੁਰੂ ਨੂੰ ਸੁਣੀਦਾ ਹੁੰਦਾ, ਗੁਰੂ ਵੱਡਾ ਹੁੰਦਾ। ਉਹ ਗੁਰੂ ਭਗਤ ਸਾਹਿਬਾਨਾਂ ਨੇ ਤਾਂ ਸ੍ਰਿਸ਼ਟੀ ਧਾਰੀ ਹੈ, ਰਹਿਬਰਾਂ ਨੇ, ਬੜੇ ਬੜੇ ਜਿਹੜੇ ਧਰਮ ਸੀ ਉਸ ਟਾਈਮ ਪ੍ਰਚਲਿਤ ਚੱਲਦੇ ਸੀ, ਉਹਨਾਂ ਨੂੰ ਸਮਝਾਇਆ। ਅਸੀਂ ਸਤਿਗੁਰਾਂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ ਗੁਰੂ ਘਰ ਜਾ ਕੇ। ਪਾਪੀ ਨਹੀਂ ਤਾਂ ਅਸੀਂ ਹੋਰ ਕੀ ਹੈ? ਐਡੇ ਗੁਰੂ ਨੂੰ ਉਪਦੇਸ਼ ਕਰਦੇ ਹਾਂ। ਕਿਉਂ ਕਰਦੇ ਹਾਂ? ਅਗਿਆਨੀ ਹੈ, ਸਾਨੂੰ ਗਿਆਨ ਨਹੀਂ ਹੈਗਾ। ਫਿਰ ਸਜ਼ਾ ਕੀ ਉਹਦੀ ਮਿਲਦੀ ਹੈ? ਅਵਰ ਉਪਦੇਸੇ ਆਪ ਨਾ ਕਰੇ, ਆਪਤ ਜਾਪਤ ਜਨਮੇ ਮਰੇ। ਫਿਰ ਜੰਮਣ ਮਰਨ ਦੀ ਸਾਨੂੰ ਸਜ਼ਾ ਲੱਗਦੀ। ਫਿਰ ਕਿਵੇਂ ਕੱਟ ਹੋਊਗੀ ਭਾਈ? ਆਓ ਹੀ ਭਰਮ 'ਚ ਆ ਖੜੇ ਨੇ। ਇਸਲਾਮ ਖੜਾ ਵਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ। ਕਬਰਾਂ ਦੇ ਵਿੱਚ ਕਹਿੰਦੇ ਆਤਮਾ ਸੁੱਤੀ ਰਹਿੰਦੀ ਹੈ। ਆਪਾਂ ਦੂਜੀ ਵੀ ਲੈ ਲੈਂਦੇ ਹਾਂ, ਇਹਨਾਂ ਦੀ ਇੱਕ ਹੋਰ ਵੀ ਆ ਵੀ 4 ਫਰਿਸ਼ਤੇ ਬਣਾਏ ਨੇ। ਇੱਕ ਜੰਮਣ ਮਰਨ ਵਾਲਾ, ਇੱਕ ਰੋਜੀ ਦੇਣ ਵਾਲਾ, ਇਕੱਲਾ ਤੋਂ ਸੁਨੇਹਾ ਲਿਆ ਕੇ ਦੇਣ ਵਾਲਾ, ਇੱਕ ਮੌਤ ਦਾ ਫਰਿਸ਼ਤਾ। ਸਾਡੇ ਕੀ ਹੈ? ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜਿਹੜਾ ਸਾਡਾ ਕਾਲਪਨਿਕ ਹੁਕਮ ਹੈ, ਇਹ ਸਾਡੀ ਮੌਤ ਹੈ। ਜੇ ਅਸੀਂ ਬਾਣੀ ਦਾ ਹੁਕਮ ਸਮਝ ਕੇ ਮਨ ਭਾਣੇ 'ਚ ਆ ਜਾਂਦਾ ਹੈ, ਸਰੀਰ 'ਚ ਰਹਿੰਦਿਆਂ ਰਹਿੰਦਿਆਂ ਮੁਕਤੀ ਲੈ ਕੇ ਆਪਦੇ ਘਰ ਚੱਲਿਆ ਜਾਂਦਾ ਹੈ, ਹੁਕਮ ਸਮਾ ਜਾਂਦਾ। ਉਹ ਕੁਦਰਤ ਦਾ ਹੁਕਮ, ਉਹ ਨਾਮ ਹੈ ਸਾਡੇ ਆ ਵਾ। ਪਰ ਅਸੀਂ ਵੀ ਭਟਕੀ ਜਾਂਦੇ ਹਾਂ। ਐਡੇ ਗੁਰੂ ਨੂੰ ਛੱਡਤਾ, ਫਿਰ ਭਟਕਣਾ ਤਾਂ ਪਊਗਾ ਭਾਈ। ਧੱਕੇ ਤਾਂ ਖਾਣੇ ਪੈਣਗੇ। ਅਸੀਂ ਵੀ ਇਹੀ ਕਰਦੇ ਹਾਂ। ਪੁਰਾਣੇ ਬੜੇ ਵਡੇਰਿਆਂ ਦੇ ਬਣਾ ਲੈਂਦੇ ਹਾਂ ਸ਼ਹੀਦ, ਫਿਰ ਉਹਨੂੰ ਪੂਜੀ ਜਾਂਦੇ, ਕਹਿੰਦੇ 10ਵੇਂ ਪਿਤਾ ਦੇ ਸਿੱਖ ਹਾਂ ਅਸੀਂ। ਅੰਮ੍ਰਿਤ ਵੀ ਛਕ ਲੈਂਦੇ, ਤੁਰੇ ਕਿੱਥੇ ਫਿਰਦੇ ਹਾਂ। ਸਾਰਿਆਂ ਦੇ ਇਹੀ ਹਾਲ ਹੈ। ਪਿੱਛੇ ਸਮਝਾਇਆ ਆਪਾਂ ਨੂੰ ਸਤਿਗੁਰਾਂ ਨੇ। ਅਸੀਂ ਕੋਈ ਉਹਨਾਂ ਤੋਂ ਬਾਹਰ ਨਹੀਂ ਹੈ ਕਿ ਸਾਰੀ ਮਰਿਆਦਾ 'ਚ ਫਸੇ ਹੋਏ ਹਾਂ। ਬਾਣੀ ਕੀ ਹੈ? ਸਭ ਕੁਛ ਜਾਣੇ ਆਤਮ ਕੀ ਰਹਿ। ਸਭ ਕੁਛ ਲਿਖਤਾ ਸਤਿਗੁਰਾਂ ਨੇ ਵਿੱਚ। ਆਤਮਾ ਦਾ ਕਿਵੇਂ ਛੁਟਕਾਰਾ ਹੋਊ, ਧਰਮ ਕੀ ਹੈ, ਕਾਲ ਕੀ ਹੈ, ਅਸੀਂ ਕੌਣ ਹੈ, ਕਿੱਧਰੋਂ ਆਏ ਹਾਂ, ਕੌਣ ਪਾਲਦਾ, ਕੁਛ ਛੱਡਿਆ ਹੀ ਨਹੀਂ ਸਤਿਗੁਰਾਂ ਨੇ। ਉਹਦੀ ਪ੍ਰਾਪਤੀ ਕਿਵੇਂ ਹੋਊ? ਕਿਰਪਾ ਕਰੇ ਤਾਂ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਆਨੰਦ ਸਾਹਿਬ ਸਤਿਗੁਰਾਂ ਨੇ ਸਮਝਾਇਆ, ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਜਿਹਨਾਂ ਦਾ ਅੰਮ੍ਰਿਤ ਵੇਲਾ ਹੋ ਜਾਊ ਉਹਨਾਂ ਨੂੰ ਗਿਆਨ ਹੋ ਜਾਊਗਾ। ਆਪਾਂ ਤਾਂ ਕਿਰਪਾ ਲੈਣੀ ਸੀ,
ਗੁਰੂ ਘਰ ਜਾ ਕੇ ਵੀ ਧਾਰਮਿਕ ਸਮਾਗਮਾਂ 'ਤੇ ਗੁਰ ਸ਼ਬਦ ਕਰਨੀ ਧਿਆਨ ਰੱਖਣਾ ਸੀ। ਕਿਤੇ ਵੀ ਜਾਈਏ, ਹਜ਼ੂਰ ਸਾਹਿਬ ਜਾਈਏ, ਕਿਤੇ ਵੀ ਜਾਈਏ, ਗੁਰ ਸ਼ਬਦ ਕਰਨੀ ਧਿਆਨ ਰੱਖਣਾ, ਤਾਂ ਸਾਡਾ ਉਹ ਤੀਰਥ ਹੈ। ਉੱਥੇ ਜਾ ਕੇ ਵੀ ਬਾਣੀ ਹੀ ਸੁਣਨੀ ਹੈ। ਜੇ ਨਹੀਂ ਸੁਣੀ ਫਿਰ ਕੀ ਹੈ? ਆਹੀ ਹਾਲ ਹੈ ਨਾਲ ਆਪਣਾ। ਜਦੋਂ ਕੁਦਰਤ ਨੇ ਸ੍ਰਿਸ਼ਟੀ ਸਾਜੀ ਨਹੀਂ ਸੀ, ਉਦੋਂ ਕਿੱਥੇ ਕੁਦਰਤ ਰਹਿੰਦੀ ਸੀ? ਉਹ ਵੀ ਬਾਣੀ ਨੇ ਸਮਝਾਇਆ। ਅਸੀਂ ਧਰਮਾਂ 'ਚ ਵੰਡ ਕੇ ਉਹਨੂੰ ਸੀਮਤ ਕਰਤਾ। ਹਿੰਦੂ ਧਰਮ ਨੇ ਮੂਰਤੀ 'ਚ ਬੰਦ ਕਰਤਾ, ਇਸਲਾਮ ਨੇ ਮੱਕੇ ਬੰਦ ਕਰਤਾ। ਬਸ ਐਂ ਚੱਲੀ ਜਾਂਦਾ ਹੈ ਸਾਰਾ ਖੇਲ। ਫਿਰ ਬੰਦਾ ਰੱਬ ਬਣ ਗਿਆ, ਉਹਨੇ ਆਪਦੇ ਵੱਸ 'ਚ ਕਰ ਲਿਆ। ਪੜ੍ਹਦੇ ਹੀ ਆਪਾਂ, ਕਹਿੰਦੇ ਰੱਬ ਭਗਤਾਂ ਨੇ ਵੱਸ ਕੀਤਾ। ਉਹ ਸਮਝੋ ਭਗਤ ਕੀ ਹੈ? ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ, ਬਸ ਆਪਾਂ ਕਰ ਲਿਆ। ਵਾਹ ਬਈ, ਕਿੱਡਾ ਸਿਆਣਾ ਮਨ ਹੈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ, ਪਰ ਕਿਵੇਂ ਭਾਈ ਸਚਿਆਰ ਹੋਈਏ? ਸਚਿਆਰ ਨਾਲ ਜੁੜੀਏ, ਆਪਦੇ ਘਰ ਪਹੁੰਚੀਏ ਤਾਂ ਆਪਦੇ ਆਪ ਹੀ ਸਚਿਆਰ ਬਣਿਆ ਬੈਠਾ। ਤਈਓ ਤਾਂ ਜੰਮਣ ਮਾਰਨਾ ਹੈ। ਉਹੀ ਇਹ ਦੱਸ ਰਹੇ ਨੇ ਸਤਿਗੁਰੂ। ਮਿੱਟੀ ਮੁਸਲਮਾਨ ਕੀ ਪੇੜੇ ਪਈ, ਘੁਮਿਆਰ ਘੜ ਭਾਂਡੇ ਇੱਟਾਂ ਕਈਆਂ, ਜਲਦੀ ਕਰੇ ਪੁਕਾਰ। ਕਬਰਾਂ ਦੇ ਵਿੱਚ ਕਹਿੰਦੇ ਆਤਮਾ ਸੌਂਦੀਆਂ ਨੇ। ਰੋਜ਼ੇ ਕਿਆਮਤ 14ਵੀਂ ਸਦੀ ਆਊਗੀ। ਅੱਲਾ ਕਿਰਪਾ ਕਰੂਗਾ, ਸਾਰੇ ਜੀਵਨ ਦਾ ਹਿਸਾਬ ਕਰੂ, ਫਿਰ ਸਾਨੂੰ ਮੁਕਤੀ ਮਿਲੂਗੀ। ਦੇਖ ਲਓ ਕਿੱਡਾ ਭਰਮ ਹੈ। ਸਭ ਤੋਂ ਵੱਧ ਭਰਮ ਇਹਨਾਂ ਦੇ ਆ, ਆਪਣੇ ਵੀ ਹੈ। ਸਾਰਾ ਸੰਸਾਰ ਭਰਮ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ ਜਿਹੜਾ ਅਸੀਂ ਦੇਖ ਰਹੇ ਹਾਂ, ਸਭ ਭਰਮ ਹੈ। ਪਰ ਕਿਵੇਂ ਸਮਝਾਇਆ ਜਾਵੇ? ਮਾਧਵੇ ਕਿਆ ਕਹੀਏ, ਭਰਮ ਕੈਸਾ? ਕਿਵੇਂ ਸਮਝਾਈਏ ਇਹਨਾਂ ਨੂੰ? ਸਾਨੂੰ ਤਾਂ ਸਮਝ ਆ ਗਈ, ਸੰਸਾਰ ਨੂੰ ਕਿਵੇਂ ਸਮਝਾਈਏ? ਕਿਰਪਾ ਕਰ ਤੂੰ ਦਾਤਾ, ਇਹਨਾਂ ਨੂੰ ਸਮਝਾਈਏ ਆਪਦੇ ਘਰ ਪਹੁੰਚਣ। ਫਿਰ ਜਦੋਂ ਕੁਦਰਤ ਕਿਰਪਾ ਰਹਿਮਤ ਕਰਦੀ ਹੈ, ਫਿਰ ਭਗਤ ਪੈਦਾ ਕਰਦੀ ਹੈ। ਪਿੱਛੇ ਤੋਂ ਹੁੰਦੇ ਹੀ ਆਏ ਨੇ। ਆਪਦੇ ਸਮੇਂ ਅਨੁਸਾਰ ਭਗਤ ਗੁਰੂ ਸਾਹਿਬਾਨਾਂ ਨੇ ਸੰਸਾਰ ਨੂੰ ਉਤਾਰਿਆ। ਅੱਜ ਆਪਣੇ ਕੋਲ ਪ੍ਰਗਟ ਰੂਪ 'ਚ ਬਾਣੀ ਹੈ। ਆਪਾਂ ਗੁਰ ਕੇ ਚਰਨ ਫੜ ਕੇ ਰੱਖਣੇ ਹੈ। ਇਹ ਬਾਣੀ ਕੀ ਚਰਨ ਹੈ? ਚਰਨ ਚਲੋ ਮਾਰਗ ਗੋਬਿੰਦ, ਗੋਬਿੰਦ ਤੱਕ ਪਹੁੰਚ ਜਾਂਗੇ ਆਪਾਂ, ਜੇ ਬਾਣੀ ਦੇ ਪਿੱਛੇ ਪਿੱਛੇ ਆਪਾਂ ਚੱਲਦੇ ਰਹੇ। ਇਹ ਸੂਰਜ ਕਨੀ ਨੂੰ ਜਾਵਾਂਗੇ, ਇੱਕ ਦਿਨ ਤਾਂ ਸੂਰਜ ਦੇ ਨੇੜੇ ਚਲੇ ਜਾਵਾਂਗੇ। ਪਰ ਆਪਾਂ ਇਸ ਤਾਂ ਥੱਲੇ ਛਿਪਦੀ ਕਨੀ ਨੂੰ ਜਾ ਰਹੇ ਹਾਂ। ਢਹਿੰਦੀ ਕਲਾ, ਚੜ੍ਹਦੀ ਕਲਾ ਕਨੀ ਨੂੰ ਜਾਣਾ ਹੈ ਭਾਈ। ਉਹ ਗੁਰ ਸ਼ਬਦ ਤੋਂ ਬਿਨਾਂ ਜਾ ਨਹੀਂ ਸਕਦੇ ਅਸੀਂ। 14ਵੀਂ ਸਦੀ ਵੀ ਨਿਕਲ ਗਈ। ਫਿਰ ਉਹ 4 ਫਰਿਸ਼ਤੇ ਬਣਾਏ ਹੋਏ ਨੇ। ਉਹ ਕਹਿੰਦੇ ਫਿਰ ਆਉਂਦਾ ਕਬਰਾਂ ਦੇ ਵਿੱਚ ਆ ਕੇ ਪੁੱਛਦਾ ਵਾ ਵੀ ਤੁਸੀਂ ਹਜ ਕੀਤਾ? ਜੇ ਉਹ ਕਹਿ ਦੇਵੇ ਵੀ ਕੀਤਾ, ਕਹਿੰਦੇ ਫਿਰ ਕਬਰ ਹੋਰ ਖੁੱਲ੍ਹੀ ਹੋ ਜਾਂਦੀ ਹੈ। ਆਰਾਮ ਨਾਲ ਰਹਿੰਦਾ ਉੱਥੇ। ਫਿਰ ਉਹ ਜੇ ਕਿਆਮਤ ਆਉਣਗੇ, ਅੱਲਾ ਆਊਗਾ, ਇਹਨਾਂ ਦਾ ਹਿਸਾਬ ਕਰੂਗਾ, ਇਹਨਾਂ ਨੂੰ ਜਿਉਂਦਾ ਕਰੂਗਾ ਮਰਿਆ ਹੋਇਆਂ ਨੂੰ। ਮਰੇ ਤਾਂ ਮੰਨਦੇ ਹੀ ਨਹੀਂ ਹੈਗੇ, ਸਰੀਰ ਨਾਲ ਇੰਨੇ ਜੁੜੇ ਹੋਏ ਨੇ। ਸਤਿਗੁਰਾਂ ਨੇ ਸਮਝਾਇਆ ਵੀ ਭਾਈ, ਉਹ ਕਬਰਾਂ ਦੀ ਮਿੱਟੀ ਚੀਕਣੀ ਹੁੰਦੀ ਹੈ। ਕੁਮਾਰ ਨੇ ਭਾਂਡੇ ਬਣਾ ਤੇ, ਉਹ ਤਾਂ ਮਿੱਟੀ ਵੀ ਰੋਂਦੀ ਹੈ ਭਾਈ। ਇਹ ਮੰਨਦੇ ਨੇ, ਭੂਤਾਂ ਨੂੰ ਵੀ ਮੰਨਦੇ ਨੇ। ਭੂਤਾਂ ਨੂੰ ਕਹਿੰਦੇ ਤੋੜੇ 'ਚ ਬੰਦ ਕਰਕੇ ਫਿਰ ਦੱਬ ਦਿੰਦੇ ਨੇ। ਖੇਲ ਕੀ ਹੈ? ਸਾਰਾ ਭਰਮ ਹੈ, ਕੁਛ ਨਹੀਂ ਹੈਗਾ। ਆਪ ਹੀ ਭੂਤ ਹੈ, ਇਹ ਤੋਂ ਵੱਡਾ ਭੂਤ ਕਿਹੜਾ ਹੈ? ਇੱਕ ਦੂਜੇ ਨੂੰ ਲੁੱਟੀ ਜਾਂਦੇ ਨੇ, ਹੋਰ ਕਿਹੜੇ ਭੂਤ ਨੇ? ਇੱਕ ਛੋਟਾ ਭੂਤ ਕਹਿ ਲਈਏ, ਇੱਕ ਵੱਡਾ ਭੂਤ ਕਹਿ ਲਈਏ। ਕਿਹਾ ਤਾਂ ਹੈ ਭਗਤ ਕਬੀਰ ਜੀ ਨੇ, ਭੂਤ ਬਸੇ ਤਿਨ ਮਾਹੇ। ਜਿੱਥੇ ਹਰ ਨਾਂ ਲਈਏ, ਜਿੱਥੇ ਹਰੀ ਦਾ ਨਾਮ, ਹਰੀ ਦਾ ਜਸ, ਸਤਿਗੁਰੂ ਦੀ ਬਾਣੀ ਨਹੀਂ ਪ੍ਰਚਾਰੀ ਜਾਂਦੀ, ਭੂਤ ਹੀ ਹੈ ਜਦ ਤੱਕ ਅਸੀਂ ਜਹ ਕਰ ਸਾਧ ਨਾ ਸੇਵੀਏ। ਇਹ ਸਾਧ ਦੀ ਬਾਣੀ ਹੈ ਭਾਈ, ਸੰਤ ਕੀ ਬਾਣੀ ਹੈ। ਮਨ ਨੂੰ ਸਾਧਣਾ ਹੈ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਈ। ਸਾਧ ਬਣ ਕੇ ਬਹਿ ਗਿਆ ਮਨ। ਫਿਰ ਦੇਖਦੇ ਹਾਂ ਕੀ ਹਾਲ ਹੈ। ਅਸੀਂ ਵੀ ਉਹਨਾਂ ਵਾਂਗੂ ਬੜੇ ਬੜੇ ਭਰਮਾਂ ਦੇ ਵਿੱਚ ਆ। ਕਹਿੰਦੇ ਜ਼ਰੂਰ ਹਾਂ ਦਸਮ ਪਿਤਾ ਦੇ ਬੱਚੇ ਆ, ਗ੍ਰੰਥ ਸਾਹਿਬ ਤੋਂ ਕਿਸੇ ਨੂੰ ਮੰਨਣਾ ਨਹੀਂ। ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠੇ ਕੋਈ ਵੀ ਆ ਕੇ ਆਪਦੇ ਆਪ ਨੂੰ ਮਹਾਂਪੁਰਸ਼ ਕਹਾਉਣ ਵਾਲੇ ਦੇ ਪੈਰਾਂ ਜਾ ਡਿੱਗਦੇ ਆ। ਸਜ਼ਾ ਮਿਲੂ ਬਹੁਤ ਭੈੜੀ। ਬਚਨ ਸੁਣਾਉਂਦੇ ਹਾਂ ਤੁਹਾਨੂੰ ਸਤਿਗੁਰਾਂ ਦੇ, ਪੰਚਮ ਪਾਤਸ਼ਾਹ ਦੇ। ਸਾਕਤ ਸਿਰ ਪਉ ਰੇਸ਼ਮੀ, ਪੈਰਤ ਹੀ ਪਤ ਖੋਈ। ਸਾਕਤ ਮਨ ਦੇ ਅੰਦਰ ਜਦੋਂ ਹੰਕਾਰ ਆ ਗਿਆ, ਗੁਰੂ ਗ੍ਰੰਥ ਸਾਹਿਬ ਦੇ ਬਹਿ ਕੇ ਬਰਾਬਰੀ ਕਰਨ ਲੱਗ ਗਿਆ, ਦਰਗਾਹ 'ਚੋਂ ਕੱਟਿਆ ਗਿਆ। ਇਹ ਕਾਲ ਦੇ ਵੱਸ ਆ। ਇਹ ਜਿਹੜਾ ਦੇਖ ਰਹੇ ਹਾਂ ਅਸੀਂ,
ਜਿਹੜੇ ਹੁਕਮ ਦੀ ਅਧੂਲੀ ਕਰਦੇ ਨੇ, ਹੁਕਮ ਦਾ ਵਿਰੋਧ ਕਰਦੇ ਨੇ, ਆਪਦੇ ਆਪ ਨੂੰ ਵੱਡਾ ਮੰਨਦੇ ਨੇ। ਇਹ ਕੀ ਆ ਸਾਰਾ? ਸਗਲ ਕਾਲ ਕਾ ਕੀਆ ਤਮਾਸਾ। ਇਹ ਕਾਲ ਦਾ ਤਮਾਸਾ ਹੈ। ਇਹ ਤੋਂ ਕੌਣ ਬਚਾਊ? ਗੁਰੂ। ਫਿਰ ਸਤਿਗੁਰਾਂ ਦਾ ਉਹਨਾਂ ਨੇ ਵਿਰੋਧ ਕੀਤਾ। ਸਤਿਗੁਰਾਂ ਨੇ ਸਮਝਾਇਆ, ਭਾਈ ਤੁਹਾਡੇ ਧਰਮ 'ਚ ਲਿਖਿਆ ਹੋਇਆ ਵੀ 14ਵੀਂ ਸਦੀ ਤਾਂ ਨਿਕਲ ਗਈ, ਫਿਰ ਉੱਠੇ ਤਾਂ ਹੈ ਨਹੀਂ। ਸਾਡੇ ਕੀ ਹੈ? ਪਾਪ ਪੁੰਨ ਹਮਰੇ ਵਸ ਨਾਹੀਂ, ਪਾਪ ਪੁੰਨ ਤਾਂ ਪਈ ਕਹਾਵਤ। ਸਾਡੇ ਦੋ ਹੁਕਮ ਨੇ। ਇੱਕ ਮਨ ਦਾ ਕਾਲਪਨਿਕ ਰੂਪ ਹੈ, ਕਾਲ ਹੈ। ਜਦੋਂ ਇਹ ਛੱਡ ਦਿੰਦਾ ਹੈ, ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਆਦਿ ਪੁਰਖ ਸਮਾ ਜਾਂਦਾ ਜਾ ਕੇ, ਜਿਹੜਾ ਸਰੀਰ ਤੋਂ ਪਰੇ, ਉਹ ਸਰੀਰ 'ਚ ਆਇਆ ਹੀ ਨਹੀਂ ਕਦੇ। ਐਂ ਸਾਰਾ ਇਹ ਸੰਸਾਰ ਚੱਲਦਾ ਰਹਿੰਦਾ। ਨਾਨਕ ਸੂਤ ਕੇ ਬਿਨਾ ਉਤਰੇ ਗਿਆਨ ਉਤਾਰੇ ਤੋਂ। ਜਿਹੜਾ ਭਰਮ ਹੈ, ਸਾਨੂੰ ਇੱਕ ਦੂਜੇ ਨੂੰ ਦੇਖ ਕੇ ਲੱਗ ਜਾਂਦਾ ਹੈ। ਐਡੇ ਵੱਡੇ ਗੁਰੂ ਨੂੰ ਛੱਡ ਕੇ ਅਸੀਂ ਭਟਕਾਂਗੇ, ਧੱਕੇ ਹੀ ਖਾਵਾਂਗੇ। ਇਦੋਂ ਵੱਡਾ ਪਾਪੀ ਨਹੀਂ ਕੋਈ, ਜਿਹੜਾ ਗ੍ਰੰਥ ਸਾਹਿਬ ਨੂੰ ਮੰਨ ਕੇ ਬਾਹਰ ਧੱਕੇ ਖਾਂਦਾ ਫਿਰਦਾ ਵਾ। ਕੋਈ ਵੀ ਹੋਵੇ, ਚਾਹੇ ਅਸੀਂ ਵੀ ਹੈ, ਦਰ ਦਰ ਭਟਕਦੇ ਫਿਰਦੇ ਹਾਂ। ਲਾਜ ਮਰੇ ਜੋ ਨਾਮ ਨਾ ਲੇਵੇ। ਸਤਿਗੁਰਾਂ ਨੇ ਸਮਝਾਤਾ ਉਹਨਾਂ ਨੂੰ। ਮਿੱਟੀ ਮੁਸਲਮਾਨ ਕੀ ਪੇੜੇ ਪਈ, ਘੁਮਿਆਰ ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਾਰ। ਕਹਿੰਦੇ ਤਾਂ ਭਾਈ ਭੁੱਬਾ, ਤੁਹਾਡੀ ਮਿੱਟੀ ਵੀ ਭੁੱਬਾ ਮਾਰਦੀ, ਜਿਹੜੀ ਅੰਗਿਆਰੇ ਡਿੱਗਦੀ ਨੇ ਤਾਂ ਭੁੱਬਾ ਮਾਰਦੀ। ਮਤਲਬ ਪ੍ਰਮਾਣ ਦੇ ਕੇ ਸਮਝਾਇਆ ਉਹਨੂੰ। ਹੈ ਤਾਂ ਕੁਛ ਨਹੀਂ, ਭਰਮ ਹੈ। ਕਿਉਂ ਹੋ ਰਿਹਾ, ਕਾਹਤੇ ਹੋ ਰਿਹਾ ਸੰਸਾਰ 'ਚ? ਇਹ ਤਾਂ ਸਤਿਗੁਰਾਂ ਨੇ ਵਿਰੋਧ ਨਹੀਂ ਕੀਤਾ। ਕਹਿੰਦੇ ਨਾਨਕ ਜਿਨ ਕਰਤੇ ਕਾਰਨ ਕੀ ਹੈ, ਸੋ ਜਾਣੇ ਕਰਤਾਰ। ਉਹ ਤਾਂ ਕਰਤਾਰ ਜਾਣਦਾ ਭਾਈ ਜੀ ਨੇ ਬਣਾਈ ਹੈ, ਕਾਹਤੇ ਹੈ, ਕਿਉਂ ਹੈ। ਆਵਣ ਜਾਵਣ ਖੇਲ ਬਣਾਇਆ, ਜਿਹਨੇ ਖੇਲ ਬਣਾਇਆ। ਆਗਿਆਕਾਰੀ ਕੀਨੀ ਮਾਇਆ, ਉਹਨੇ ਮਾਇਆ ਬਚ ਰੱਖੀ ਹੈ, ਤਾਂ ਉਹ ਜਾਣੇ। ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀ ਚਾਰੇ ਧਰਮਾਂ ਦਾ। ਆਪਾਂ ਜਿਹੜੀ ਉਸ ਟਾਈਮ ਚੱਲਦੇ ਸੀ, ਯੋਗੀ ਸੀ, ਜਿਹੜੇ ਮੁਸਲਮਾਨ ਸੀਗੇ, ਹਿੰਦੂ ਸੀ, ਜੋ ਵੀ ਉਸ ਤੋਂ ਪ੍ਰਚਲਿਤ ਧਰਮ ਸੀਗੇ, ਉਹਨਾਂ ਬਾਰੇ ਆਪਾਂ ਨੂੰ ਸਮਝਾਇਆ, ਉਹਨਾਂ ਦਾ ਨਕਸ਼ਾ ਸਮਝਾਇਆ। ਇਹ ਕੀ ਹੈ? ਸਾਰਾ ਭਰਮ ਹੈ। ਕਿਵੇਂ ਖੁੱਲੂਗਾ ਭਰਮ ਆਪਣਾ? ਮੇਰਾ ਭਰਮ ਗਿਆ ਭਉ ਭਾਗਾ, ਤਬ ਰਾਮ ਨਾਮ ਚਿਤ ਲਾਗਾ। ਰਾਮ ਦੀ ਬਾਣੀ ਹੈ ਭਾਈ, ਹਰ ਕਥਾ ਹੈ ਇਹ ਸਾਰੇ ਉਹਦੇ ਹੀ ਨਾਂ ਨੇ, ਰਾਮ, ਗੋਪਾਲ, ਗੋਬਿੰਦ। ਜਦੋਂ ਸ੍ਰੀ ਲੱਗ ਜਾਂਦਾ ਹੈ, ਫਿਰ ਸ੍ਰੇਸ਼ਟ ਹੁਕਮ ਨੂੰ ਕਿਹਾ ਜਾਂਦਾ ਵਾ। ਕਿਉਂ ਜਦ ਤੱਕ ਅਸੀਂ ਮਾਇਆ ਦੇ ਵਿੱਚ ਹੈ, ਹਰ ਦਾ ਧਿਆਨ ਵੀ ਮਾਇਆ ਦੇ ਵਿੱਚ, ਸਾਡੇ ਮੂਲ ਦਾ ਧਿਆਨ ਵੀ ਸਾਡੇ ਵਿੱਚ ਹੈ, ਤਈਓ ਸਾਡਾ ਸਰੀਰ ਚੱਲਦਾ ਹੈ। ਜਿਵੇਂ ਇੱਕ ਬੈਟਰੀ ਦੀ ਲਾਈਟ ਬਾਹਰ ਆਉਂਦੀ ਹੈ, ਲਾਈਟ ਤਾਂ ਅੰਦਰੋਂ ਹੀ ਆਉਂਦੀ ਹੈ। ਬ੍ਰਹਮ ਦੀਸੇ ਬ੍ਰਹਮ ਸੁਣੀਏ। ਅਸੀਂ ਇਹਨੂੰ ਸਮਝਣਾ ਭਾਈ, ਵਿਚਾਰਨਾ ਵਾ। ਕੋਈ ਕੀ ਕਰਦਾ ਹੈ, ਉਹ ਉਹਨਾਂ ਦਾ ਧਰਮ ਹੈ, ਅਸੀਂ ਇਹ ਨਹੀਂ ਕਰਨਾ। ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਆਪਦੇ ਘਰ ਪਹੁੰਚਣਾ। ਪਰ ਅਸੀਂ ਐਂ ਕਰਦੇ ਹਾਂ ਜਿਵੇਂ ਪਲੇਟਫਾਰਮ 'ਤੇ ਬਹਿ ਜਾਂਦੇ, ਟ੍ਰੇਨਾਂ ਨਿਕਲੀ ਜਾਂਦੀਆਂ, ਸਰੀਰ ਪਲੇਟਫਾਰਮ ਮਿਲਿਆ ਭਾਈ ਪ੍ਰਾਪਤੀ ਖਾਤਰ। ਜੇ ਤਾਂ ਹੁਣ ਪ੍ਰਾਪਤੀ ਕਰ ਲਈ, ਆਪਦੇ ਘਰ ਚਲੇ ਜਾਵਾਂਗੇ, ਨਹੀਂ ਤਾਂ ਫਿਰ ਜੰਮਣ ਮਰ ਸਾਡੇ ਸਿਰ 'ਤੇ ਹੈਗਾ ਹੀ ਹੈ। ਹਰ ਕਾ ਨਾਮ ਨ ਜਪਤ ਗਪਾਰਾ, ਕਿਆ ਸੋਚੇ ਬਾਰੰਬਾਰ। ਸੋਚੀ ਜਾਂਦੇ ਹਾਂ। ਸੋਚਣ ਵਾਲਾ ਬੰਦਾ ਸਮਝ ਨਹੀਂ ਸਕਦਾ। ਸਮਝਣ ਆਇਆ ਬੰਦਾ ਸੋਚਣ ਲੱਗ ਜੇ, ਗਿਆ ਕੰਮ ਤੋਂ। ਚਾਹੇ ਉਹ ਵਿਚਾਰ ਵੀ ਸੁਣਦਾ ਹੋਵੇ, ਜੇ ਸੋਚਣ ਲੱਗ ਗਿਆ, ਗਿਆ। ਮਨਾ ਕੀਤਾ ਸਤਿਗੁਰਾਂ ਨੇ, ਸੋਚੇ ਸੋਚ ਨਾ ਹੋਵੇ। ਇਹ ਮਹੱਲੇ ਦੀ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਮਿੱਟੀ ਮੁਸਲਮਾਨ ਕੀ ਪੇੜੇ ਪਈ, ਘੁਮਿਆਰ ਘੜ ਭਾਂਡੇ ਇੱਟਾਂ ਗਈਆਂ, ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇ ਅੰਗਿਆਰ। ਸਤਿਗੁਰ ਸਮਝਾਉਂਦੇ ਆ ਭਾਈ, ਉਹ ਤਾਂ ਭੁੱਬਾਂ ਮਾਰ ਕੇ ਰੋਂਦੀ ਹੈ। 14ਵੀਂ ਵੀ ਲੰਘੀ, 15ਵੀਂ ਆ ਗਈ, ਉਦੋਂ ਬਾਅਦ ਦੇਖ ਲਓ ਕਿੰਨਾ ਕੁਛ ਆ ਗਿਆ। ਬਸ ਇਹੋ ਜਿਹੇ ਸਾਡੇ ਧਰਮ ਨੇ। ਧਰਮ ਸੁੱਖ ਦਾ ਇਹਨਾਂ ਦਾ ਵਿਸ਼ਾ ਹੁੰਦਾ ਹੈ। ਧਰਮ ਸਾਨੂੰ ਸੁੱਖ ਦਿੰਦਾ ਹੈ। ਧਰਮ ਵਿਚਾਰ ਦਾ ਵਿਸ਼ਾ ਹੁੰਦਾ ਹੈ। ਕਬੀਰਾ ਜਹਾਂ ਗਿਆਨ ਤਹਿ ਧਰਮ ਹੈ। ਜੋ ਸਾਨੂੰ ਗਿਆਨ ਹੁੰਦਾ ਹੈ ਗੁਰੂ ਸ਼ਬਦ 'ਚੋਂ, ਫਿਰ ਸਾਨੂੰ ਸਮਝ ਆਉਂਦੀ ਹੈ ਧਰਮ ਕੀ ਹੈ। ਜੋ ਅਸੀਂ ਪਿੱਛੇ ਕਰਦੇ ਹਾਂ ਧਰਮ, ਉਹ ਅਧਰਮ ਸੀ। ਧਰਮ ਕਰਮ ਪਖੰਡ ਜੋ ਦੀਸੇ, ਜੰਮ ਜੁਗਾਤੀ ਲੋਟੇ। ਉਹ ਸਰਾਰੇ ਸਰੀਰ ਕਰਕੇ ਕਰਦੇ ਸੀ ਅਸੀਂ, ਸਰੀਰ ਦੇ ਨਾਲ ਹੀ ਸਮਾਪਤੀ ਹੁੰਦੀ। ਜੰਮ ਇੱਥੇ ਖੋਹ ਲੈਂਦੇ ਨੇ। ਇੱਕ ਹਰ ਕੇ ਨਾਮ ਬਿਨ ਅੱਗੇ ਲਈਏ, ਹਰੀ ਦੇ ਨਾਮ ਤੋਂ ਬਿਨਾਂ ਸਰੀਰ ਇੱਥੇ ਖੋਹ ਲੈਂਦੇ ਆ। ਅੱਗੇ ਜਿਹੜੇ ਹੁੰਦਾ ਉਹ ਫਿਰ ਗਾਹਾਂ ਵਿਚਾਰਾਂਗੇ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।